ਜਿਹੜੀ ਜ਼ਮੀਨ ਤੇ ਅਸੀਂ ਹੁਣ ਆਏ ਆ, ਜਿੱਥੇ ਅਸੀਂ ਜੰਗਲ ਲਗਾਉਣਾ, ਪਹਿਲਾਂ ਇੱਥੋਂ ਘਾਹ ਫੂਸ ਜਿਹੜੀ ਸੀਗੀ ਉਹ ਸਾਰੀ ਸਾਫ਼ ਕਰਕੇ ਤੇ ਉੱਪਰਲੀ ਜ਼ਮੀਨ ਦਾ ਜਿਹੜਾ ਸੈਂਪਲ ਹੈ, ਜਿਹੜਾ 3 ਇੰਚ ਡੂੰਘੀ ਮਿੱਟੀ ਦਾ ਸੈਂਪਲ ਅਸੀਂ ਹੁਣ ਇੱਥੇ ਕਲੈਕਟ ਕਰ ਲਿਆ, ਜਿਹਦੀ ਕਿ ਸੋਇਲ ਟੈਸਟਿੰਗ ਕੀਤੀ ਜਾਵੇਗੀ। ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਆਪਣੀ ਮਿੱਟੀ ਦੀ ਪ੍ਰਕਾਰ ਜਾਣੇ ਉਹਦੀ ਕਿਸਮ ਜਾਂ ਟੈਕਸਚਰ ਕਿਵੇਂ ਪਤਾ ਕਰੀਦਾ। ਇਹ ਬਹੁਤ ਸਿੰਪਲ ਇੱਕ ਵਿਧੀ ਹੈ, ਬਹੁਤ ਸਧਾਰਨ ਵਿਧੀ ਹੈ, ਜਿਹਦੇ 'ਚ ਅਸੀਂ ਮਿੱਟੀ ਨੂੰ ਪਾਣੀ 'ਚ ਮਿਕਸ ਕਰਕੇ ਕੁਛ ਉਹਦੇ ਟੈਕਸਚਰ ਚੈੱਕ ਕਰਕੇ ਉਹਦੀ ਕਿ ਭੌਤਿਕ ਕਿੱਦਾਂ ਦਾ, ਤੁਹਾਨੂੰ ਫੀਲ ਕਿੱਦਾਂ ਦੀ ਹੁੰਦੀ ਹੈ, ਉਹਦੀ ਮਿੱਟੀ ਦੀ ਜਿਹੜੀ ਅਸੀਂ ਜਾਂਚ ਕਰਾਂਗੇ। ਆਮ ਤੌਰ ਤੇ ਮਿੱਟੀ ਜਿਹੜੀ 3 ਤਰ੍ਹਾਂ ਦੀ ਹੁੰਦੀ ਹੈ, ਗਾਰ ਦੀ ਮਿੱਟੀ, ਰੇਤਲੀ ਮਿੱਟੀ ਤੇ ਚੀਕਣੀ ਮਿੱਟੀ, ਤੇ ਇੱਕ ਚੌਥੀ ਕਿਸਮ ਹੁੰਦੀ ਜਿਹਨੂੰ ਅਸੀਂ ਕਲਰ ਦੀ ਮਿੱਟੀ ਵੀ ਕਹਿੰਦੇ ਹਾਂ। ਜਦੋਂ ਵੀ ਅਸੀਂ ਜੰਗਲ ਲਗਾਉਣ ਜਾਂਦੇ ਹਾਂ ਤਾਂ ਸਾਨੂੰ ਆਮ ਤੌਰ ਤੇ ਲੋਕਾਂ ਦਾ ਸਵਾਲ ਇਹ ਆਉਂਦਾ ਕਿ ਤੁਸੀਂ ਇੰਨੀ ਵੱਡੀ ਮਾਤਰਾ ਦੇ ਵਿੱਚ ਇਹਦੇ ਵਿੱਚ ਤੂੜੀ, ਰੂੜੀ ਜਾਂ ਚਾਵਲਾਂ ਦੀ ਫੱਕ ਤੇ ਹੋਰ ਜਿਹੜਾ ਸਮਾਨ ਹੈ, ਬਾਇਓਮਾਸ ਹੈ, ਉਹ ਮਿੱਟੀ 'ਚ ਕਿਉਂ ਮਿਲਾਉਂਦੇ ਹੋ? ਇਹਨਾਂ ਦਾ ਬਹੁਤ ਇੱਕ ਸਧਾਰਨ ਕਾਰਨ ਹੈ ਕਿ ਤੁਸੀਂ ਜੜ ਦੀ ਤਰ੍ਹਾਂ ਸੋਚੋ ਕਿ ਜੜ ਕੀ ਚਾਹੁੰਦੀ ਹੈ। ਜੜ ਨੇ ਅੱਗੇ ਵਧਣਾ ਹੁੰਦਾ ਹੈ, ਜੜ ਨੂੰ ਆਲੇ ਦੁਆਲੇ ਉਹਦੀ ਹਵਾ ਵਾਸਤੇ ਉਹਦੇ ਥੋੜੀ ਜਗ੍ਹਾ ਵੀ ਚਾਹੀਦੀ ਹੁੰਦੀ, ਹਵਾਦਾਰ, ਉੱਥੇ ਜਿਹੜੀਆਂ ਗਲੀਆਂ ਨੇ ਜਿਨ੍ਹਾਂ ਵਿੱਚ ਜੜ੍ਹਾਂ ਜਾ ਸਕਣ ਉਹ ਥਾਂ ਵੀ ਚਾਹੀਦੀ ਹੁੰਦੀ, ਤੇ ਨਾਲ ਹੀ ਜੜ੍ਹਾਂ ਦੇ ਆਲੇ ਦੁਆਲੇ ਜਿਹੜੀ ਨਮੀ ਹੈ ਜੜ੍ਹਾਂ ਨੂੰ ਹਮੇਸ਼ਾ ਚਾਹੀਦੀ ਹੁੰਦੀ। ਇਹ ਯਾਦ ਰੱਖਣਾ ਕਿ ਜੜ੍ਹਾਂ ਨੂੰ ਨਮੀ ਚਾਹੀਦੀ ਹੁੰਦੀ ਹੈ, ਗਿੱਲਾਪਨ ਜਾਣੇ ਕਿ ਚਿੱਕੜ, ਉੱਥੇ ਪਾਣੀ ਖੜਾ ਕਿਸੇ ਵੀ ਜੜ੍ਹ ਨੂੰ ਪਸੰਦ ਨਹੀਂ ਹੁੰਦਾ। ਤੇ ਜੜ੍ਹਾਂ ਦੀ ਤਰ੍ਹਾਂ ਅਸੀਂ ਸੋਚੀਏ ਤਾਂ ਉਸ ਦੀ ਮਾਤਰਾ ਜਿਹੜੀ ਹੈ ਉਹਦੇ ਵਿੱਚ ਅਸੀਂ ਪਾਉਂਦੇ ਹਾਂ ਚਾਵਲਾਂ ਦੀ ਫੱਕ, ਜਿਹਦੇ ਨਾਲ ਉਹਦੇ 'ਚ 에ਅਰ ਸਪੇਸ ਜਾਣੇ ਕਿ ਹਵਾ ਦੀਆਂ ਜਿਹੜੀਆਂ ਨਾਲੀਆਂ ਬਣਦੀਆਂ, ਤੇ ਅਸੀਂ ਜਿਹੜੀ ਤੂੜੀ ਪਾਉਂਦੇ ਹਾਂ ਉਹਦੇ ਨਾਲ ਵਾਟਰ ਰਿਟੈਂਸ਼ਨ ਜਾਣੇ ਕਿ ਪਾਣੀ ਨੂੰ ਫੜ ਕੇ ਰੱਖਣ ਦੀ ਕਪੈਸਿਟੀ ਵੱਧਦੀ ਹੈ। ਤੇ ਨਾਲ ਹੀ ਅਸੀਂ ਜਿਹੜੀ ਰੂੜੀ ਪਾਉਂਦੇ ਹਾਂ, ਜਿਹੜੀ ਫਾਰਮ ਯਾਰਡ ਮੈਨਿਓਰ ਹੈ, ਉਹਨੂੰ ਇਸ ਕਰਕੇ ਮਿੱਟੀ ਦੇ ਵਿੱਚ ਮਿਲਾਇਆ ਜਾਂਦਾ ਕਿ ਉਹਦੀ ਖਾਦ ਦਾ ਵੀ ਕੰਮ ਕਰੇ, ਜਾਣੇ ਕਿ ਖੁਰਾਕ ਦਾ ਵੀ ਕੰਮ ਕਰੇ ਜੜ੍ਹਾਂ ਲਈ, ਤੇ ਨਾਲ ਹੀ ਜਿਹੜੀ ਮਿੱਟੀ ਜਿਹੜੀ ਹੈ ਖਾਦ ਦੀ ਮਿੱਟੀ ਹੁੰਦੀ ਆ, ਉਹਦੇ ਨਾਲ ਪਾਣੀ ਵੀ ਜਿਹੜਾ ਉਹ ਪਕੜ ਕੇ ਰੱਖਦੀ ਹੈ ਤੇ ਆਲੇ ਦੁਆਲੇ ਜੜ੍ਹਾਂ ਦੇ ਨਮੀ ਬਣੀ ਰਹਿੰਦੀ ਹੈ। ਤੇ ਇਹ ਸਾਰੀ ਜਿਹੜੀ ਮਾਤਰਾ ਹੈ ਕਿ ਕਿਸ ਮਾਤਰਾ ਦੇ ਵਿੱਚ ਤੂੜੀ, ਕਿਸ ਮਾਤਰਾ ਦੇ ਵਿੱਚ ਰੂੜੀ ਤੇ ਚਾਵਲਾਂ ਦੀ ਫੱਕ, ਕਿੰਨੀ ਪਾਣੀ ਹੈ ਮਿੱਟੀ ਦੇ ਵਿੱਚ, ਇਹ ਸਾਰੀ ਜਿਹੜੀ ਜੱਜਮੈਂਟ ਹੈ, ਸਾਰੀ ਕੈਲਕੂਲੇਸ਼ਨ ਹੈ, ਉਹ ਮਿੱਟੀ ਦੀ ਜਿਹੜੀ ਕਿਸਮ ਤੋਂ ਹੀ ਜਾਣੀ ਜਾ ਸਕਦੀ ਹੈ। ਇਸ ਕਰਕੇ ਜਿਹੜਾ ਮਿੱਟੀ ਦਾ ਟੈਸਟ ਹੈ ਬਹੁਤ ਜ਼ਰੂਰੀ ਹੈ। ਆਓ ਦੇਖੀਏ ਕਿ ਕਿਵੇਂ ਕਰਨਾ ਹੈ ਮਿੱਟੀ ਦਾ ਟੈਸਟ। ਸਭ ਤੋਂ ਪਹਿਲਾਂ ਜਿੱਥੇ ਅਸੀਂ ਜੰਗਲ ਲਗਾਉਣਾ ਉੱਥੋਂ ਮਿੱਟੀ ਦਾ ਸੈਂਪਲ ਲਓ। ਕੁਛ ਮਿੱਟੀ ਆਪਣੇ ਕਿਸੇ ਵੀ ਭਾਂਡੇ 'ਚ ਜਾਂ ਕਾਗਜ਼ 'ਤੇ ਲੈ ਲਓ, ਜਿਵੇਂ ਕਿ ਮੈਂ ਇੱਥੇ ਰੱਖੀ ਹੈ, ਤੇ ਉਹਦੇ ਵਿੱਚੋਂ ਜਿਹੜੀ ਵੀ ਗੈਰ ਕੁਦਰਤੀ ਸਮਾਨ ਹੈ, ਜਿਹੜਾ ਮਿੱਟੀ ਸਾਨੂੰ ਚਾਹੀਦੀ ਸਿਰਫ, ਕਿਉਂਕਿ ਵਿੱਚ ਉਹਦੇ ਜੇ ਘਾਹ ਵੀ ਹੈ ਤਾਂ ਉਹ ਵੀ ਬਾਹਰ ਕੱਢਣਾ, ਰੋੜੀਆਂ, ਪੱਥਰ, ਕੋਈ ਪਲਾਸਟਿਕ ਦਾ ਸਮਾਨ, ਕੁਝ ਵੀ ਨਹੀਂ ਚਾਹੀਦਾ। ਮਿੱਟੀ ਨੂੰ ਬਿਲਕੁਲ ਤੁਸੀਂ ਸਾਫ਼ ਕਰਕੇ ਛਾਨਣੀ ਦੇ ਨਾਲ ਆਪਣੇ ਕੋਲ ਰੱਖੋ ਤੇ ਉਹਨੂੰ ਸਾਰੇ ਡਲੇ ਉਹਦੇ ਜਿਹੜੇ ਆ ਤੋੜ ਲਓ। ਇਸ ਤਰ੍ਹਾਂ ਮਿੱਟੀ ਜਿਹੜੀ ਹੈ ਪਾਊਡਰ ਵਾਂਗੂ ਬਣ ਜਾਏਗੀ, ਬਿਲਕੁਲ ਬਰੀਕ ਮਿੱਟੀ, ਜਿਹਨੂੰ ਅਸੀਂ ਟੈਸਟ ਕਰ ਸਕਾਂਗੇ। ਸੋ ਮਿੱਟੀ ਦੇ ਵਿੱਚ ਅਸੀਂ ਪਹਿਲਾਂ ਦੇਖਾਂਗੇ ਕਿ ਇਹਦੇ ਵਿੱਚ ਰੇਤਲਾ ਕਣ ਕਿੰਨਾ ਹੈ। ਇਹਦੇ ਲਈ ਤੁਸੀਂ ਥੋੜ੍ਹੀ ਜਿਹੀ ਜਾਣੇ ਕਿ 2 ਕੁ ਚੁੰਡੀਆਂ ਮਿੱਟੀ ਲਓ ਤੇ ਬਹੁਤ ਥੋੜ੍ਹਾ ਪਾਣੀ ਪਾ ਕੇ ਉਹਨੂੰ ਤੁਸੀਂ ਜਦੋਂ ਮਿਕਸ ਕਰੋਗੇ ਤਾਂ ਤੁਹਾਨੂੰ ਮਿੱਟੀ ਦਾ ਪਤਾ ਲੱਗੇਗਾ ਕਿ ਕਿੰਨੀ ਕੁ ਮੁਲਾਇਮ ਹੈ ਤੇ ਉਹਦੇ 'ਚ ਕਿਰਕ ਕਿੰਨੀ ਕੁ ਹੈ। ਸੋ ਇਹਦੇ 'ਚ ਬਹੁਤ ਹੀ ਹਲਕੀ ਮਾਤਰਾ ਦੇ ਵਿੱਚ ਤੁਹਾਨੂੰ ਆਪ ਨੂੰ ਫੀਲ ਹੋਊਗਾ ਕਿ ਇਹਦੇ 'ਚ ਕੁਛ ਜਿਵੇਂ ਰੇਤਲਾ ਜਿਹਾ ਕਣ ਹੈ, ਪਰ ਬਹੁਤ ਘੱਟ। ਤੇ ਆਮ ਤੌਰ ਤੇ ਜਿਵੇਂ ਦੇਖਿਆ ਜਾਂਦਾ ਕਿ ਮਿੱਟੀ ਦੇ ਵਿੱਚ ਜੇ ਚੀਕਣਾਪਨ ਹੈ ਤਾਂ ਤੁਹਾਨੂੰ ਬਹੁਤ ਸੌਫਟ ਜੀ, ਉਹਦੀ ਸਲਿਪਰੀ ਜੀ ਜਿਵੇਂ ਹੁੰਦੇ ਨਾ, ਤਿਲਕਣਾ ਜਿਹਾ, ਚੀਕਣੀ ਮਿੱਟੀ ਜਿਹਨੂੰ ਅਸੀਂ ਕਹਿੰਦੇ ਤਿਲਕਣਾਪਨ, ਜਿਹੜਾ ਕਿ ਇਸ ਮਿੱਟੀ ਦੇ ਵਿੱਚ ਆ ਰਿਹਾ, ਤਾਂ ਪਹਿਲਾ ਅੰਦਾਜ਼ਾ ਮੇਰਾ ਇਹੀ ਲੱਗਦਾ ਕਿ ਇਹਦੇ 'ਚ ਚੀਕਣਾ ਤੇ ਹਲਕੀ ਜੀ ਰੇਤ ਹੈ। ਤੇ ਅਗਲਾ ਕਦਮ ਜਿਹੜਾ ਅਸੀਂ ਦੇਖਾਂਗੇ ਕਿ ਇਹਦਾ ਅਸੀਂ ਗੋਲਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਅਸੀਂ ਮਿੱਟੀ ਹੱਥ 'ਚ ਲੈਂਦੇ ਹਾਂ, ਥੋੜ੍ਹਾ ਪਾਣੀ ਪਾ ਕੇ ਉਹਦਾ ਗੋਲਾ ਬਣਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਇਹਨੂੰ ਆਟੇ ਵਾਂਗ ਗੁੰਨਣਾ ਕਿ ਇਹਦੇ 'ਚ ਪਾਣੀ ਸਮਾ ਜਾਵੇ। ਤੁਸੀਂ ਇਹ ਕੰਮ ਹੱਥ ਨਾਲ ਵੀ ਕਰ ਸਕਦੇ ਹੋ ਜਾਂ ਕਿਸੇ ਭਾਂਡੇ ਵਿੱਚ, ਤਗਾਰੇ ਵਿੱਚ ਜਾਂ ਤਸਲੇ 'ਚ ਪਾ ਕੇ ਵੀ ਮਿੱਟੀ ਗੁੰਨ ਸਕਦੇ ਹੋ, ਜਿਵੇਂ ਕਿ ਆਮ ਤੌਰ 'ਤੇ ਤੁਸੀਂ ਘੁਮਿਆਰਾਂ ਨੂੰ ਵੇਖਿਆ ਹੋਣਾ। ਸੋ ਮਿੱਟੀ ਗੁੰਨਣੀ ਇੱਕ ਅਹਿਮ ਗੱਲ ਹੈ ਕਿ ਪਹਿਲਾ ਸਟੈਪ ਹੀ ਇਹ ਹੈ। ਤੇ ਜੇ ਤੁਹਾਡਾ ਗੋਲਾ ਬਣ ਜਾਵੇ, ਜਿਵੇਂ ਕਿ ਇਹਦਾ ਗੋਲਾ ਬਣਦਾ ਪਿਆ ਹੁਣ, ਤੇ ਅਸੀਂ ਪਹਿਲਾ ਸਟੈਪ ਇਹ ਕਰ ਲੈਂਦੇ ਹਾਂ ਕਿ ਜੇ ਗੋਲਾ ਬਣ ਗਿਆ ਤਾਂ ਇਹਦੇ ਵਿੱਚ ਰੇਤ ਨਹੀਂ ਹੈ, ਜਾਣੇ ਕਿ ਰੇਤਲੀ ਨਹੀਂ ਹੈ ਮਿੱਟੀ। ਆਮ ਤੌਰ 'ਤੇ ਜਿਹੜੀ ਮਿੱਟੀ 'ਚ ਰੇਤ ਹੋਊਗੀ ਉਹਦਾ ਗੋਲਾ ਬਣਦਾ ਹੀ ਨਹੀਂ, ਜਾਣੇ ਕਿ ਆਹ ਦੇਖੋ ਹੁਣ ਇਹ ਗੋਲਾ ਬਣ ਗਿਆ, ਟੁੱਟਦਾ ਨਹੀਂ, ਭੁਰਦਾ ਨਹੀਂ। ਜੇ ਗੋਲਾ ਬਿਲਕੁਲ ਨਾ ਬਣਦਾ, ਜਾਣੇ ਕਿ ਪਾਣੀ ਪਾਈ ਜਾਓ ਤੇ ਗੋਲਾ ਭੁਰਦਾ ਜਾਵੇ, ਜਾਣੇ ਕਿ ਉਹ ਰੇਤ ਹੈ ਫਿਰ। ਤੇ ਹੁਣ ਅਸੀਂ ਅਗਲੇ ਪੜਾਅ 'ਤੇ ਪਹੁੰਚ ਚੁੱਕੇ ਹਾਂ, ਕਿਉਂਕਿ ਗੋਲਾ ਬਣ ਰਿਹਾ। ਇਹਨੂੰ ਅਸੀਂ ਗੁੰਨਦੇ ਰਹਿਣਾ ਤੇ ਗੋਲਾ ਜਦ ਤੱਕ ਵੱਡਾ ਨਾ ਹੋ ਜਾਵੇ, ਥੋੜ੍ਹੀ ਮਿੱਟੀ ਤੇ ਥੋੜ੍ਹਾ ਪਾਣੀ ਪਾ ਕੇ। ਮਿੱਟੀ ਕੋਈ ਵੀ ਹੋਵੇ, ਚੰਗੀ ਜਾਂ ਮਾੜੀ ਨਹੀਂ ਹੁੰਦੀ। ਜਿਵੇਂ ਕਿ ਆਮ ਤੌਰ 'ਤੇ ਲੋਕ ਪੁੱਛਦੇ ਵੀ ਸਭ ਤੋਂ ਚੰਗੀ ਮਿੱਟੀ ਕਿਹੜੀ ਹੈ ਦੁਨੀਆ ਦੇ ਵਿੱਚ, ਕੋਈ ਵੀ ਮਿੱਟੀ ਚੰਗੀ ਜਾਂ ਮਾੜੀ ਨਹੀਂ ਹੁੰਦੀ। ਤੁਸੀਂ ਦੇਖੋਗੇ ਜੇ ਤੁਸੀਂ ਰੇਗਿਸਤਾਨ 'ਚ ਜਾਓ ਜਾਂ ਰਾਜਸਥਾਨ ਦੇ ਕਿਸੇ ਇਲਾਕੇ 'ਚ, ਉੱਥੇ ਰੇਤਲੇ ਇਲਾਕੇ ਦੇ ਵਿੱਚ ਉਸ ਪ੍ਰਜਾਤੀਆਂ ਦੇ ਜਿਹੜੀਆਂ ਉੱਥੋਂ ਦੀਆਂ ਮੂਲ ਹੁੰਦੀਆਂ ਉਹ ਬਹੁਤ ਖੁਸ਼ ਰਹਿੰਦੀਆਂ। ਸੋ ਦਰਖਤ ਜਿਹੜੇ ਨੇ ਆਪਣੀ ਮੂਲ ਮਿੱਟੀ ਦੇ ਵਿੱਚ ਵੱਧਦੇ ਨੇ, ਫੁੱਲਦੇ ਨੇ,
ਪੰਜਾਬ ਦੇ ਵਿੱਚ ਜਿਹੜੀ ਮਿੱਟੀ ਹੈ ਉਹ ਸੈਂਡੀ ਕਲੇ ਲੋਮ ਹੁੰਦੀ ਹੈ, ਜਿਹਦੇ 'ਚ ਤਿੰਨੇ ਚੀਜ਼ਾਂ ਬੜੀ ਇਕੁਅਲ ਜੀ ਰੇਸ਼ੋ 'ਚ ਹੁੰਦੀਆਂ। ਤੇ ਇੱਥੋਂ ਦੀ ਮਿੱਟੀ ਵਿੱਚ ਇੱਥੋਂ ਦੀਆਂ ਕਿਸਮਾਂ ਦੇ ਬੂਟੇ ਉਗਦੇ ਆ। ਤਾਂ ਕੋਈ ਵੀ ਮਿੱਟੀ ਚੰਗੀ ਮਾੜੀ ਨਹੀਂ ਹੁੰਦੀ, ਪਰ ਬੂਟੇ ਉਹਦੇ 'ਚ ਅਡੈਪਟ ਕਰ ਲੈਂਦੇ ਨੇ, ਆਪਣੇ ਆਪ ਨੂੰ ਢਾਲ ਲੈਂਦੇ ਨੇ ਤੇ ਉਹਦੇ 'ਚ ਵਧਣਾ ਫੁੱਲਣਾ ਸ਼ੁਰੂ ਕਰ ਦਿੰਦੇ ਆ। ਸੋ ਇਸ ਕਰਕੇ ਮਿੱਟੀ ਕੋਈ ਵੀ ਹੋਵੇ, ਅਸੀਂ ਜਿੱਥੇ ਵੀ ਜਾਣਾ ਜੰਗਲ ਲਗਾ ਸਕਦੇ ਆ, ਪਰ ਉਹਦੀ ਕਿਸਮ ਜਾਣਨ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਉਹਦੇ 'ਚ ਬਾਇਓਮਾਸ ਕਿੰਨਾ ਪਾਣਾ, ਕਿੰਨੀ ਤੂੜੀ, ਕਿੰਨੀ ਰੂੜੀ, ਕਿੰਨੀ ਚਾਵਲਾਂ ਦੀ ਫੱਕ ਪਾਣੀ ਹੈ। ਤੇ ਅਸੀਂ ਉਸ ਮਿੱਟੀ ਨੂੰ ਉਸੇ ਪ੍ਰਕਾਰ ਦਾ ਬਣਾ ਸਕਦੇ ਹਾਂ ਜਿਸ ਤਰ੍ਹਾਂ ਕਿ ਜੜ੍ਹਾਂ ਨੂੰ ਜਾਂ ਕਹਿ ਲਈਏ ਜੰਗਲ ਦੇ ਵਿੱਚ ਲੱਗਣ ਵਾਲੇ ਬੂਟਿਆਂ ਨੂੰ ਜ਼ਰੂਰਤ ਰਹੇਗੀ ਤੇ ਉਹਨਾਂ ਦੇ ਵਧਣ ਫੁੱਲਣ ਵਿੱਚ ਉਹ ਪੂਰੀ ਤਰ੍ਹਾਂ ਮਦਦ ਕਰੇਗੀ। ਲਓ ਜੀ, ਤੇ ਹੁਣ ਆਪਣਾ ਜਿਹੜਾ ਗੋਲਾ ਤਿਆਰ ਹੈ। ਤੇ ਇਸ ਤਰ੍ਹਾਂ ਜਦੋਂ ਗੋਲਾ ਤਿਆਰ ਹੁੰਦਾ ਤੇ ਸਾਡਾ ਜਿਹੜਾ ਦੂਜਾ ਸਟੈਪ ਹੁੰਦਾ, ਗੋਲੇ ਤੋਂ ਅਸੀਂ ਰਿਬਨ ਬਣਾਉਣਾ, ਜਾਣੀ ਕਿ ਉਹਦੀ ਪੱਟੀ ਬਣਾਉਣੀ ਹੈ ਲੰਬੀ। ਤੇ ਅਸੀਂ ਦੇਖਣਾ ਕਿ ਜਿਹੜੀ ਉਹ ਰਿਬਨ ਬਣਦਾ ਉਹ ਰਿਬਨ ਕਿੰਨਾ ਲੰਬਾ ਜਾਂਦਾ। ਤੇ ਜਿਵੇਂ ਅਸੀਂ ਇਹ ਗੋਲਾ ਇੱਕ ਬਣਾ ਕੇ ਰੱਖਿਆ ਥੋੜਾ ਵੱਡਾ, ਮੈਂ ਉਹਦੇ ਤੋਂ ਰਿਬਨ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਇਹਦੇ 'ਚ ਥੋੜੀ ਜਿਹੀ ਮੈਂ ਨਮੀ ਹੋਰ ਕਰ ਦੇਵਾਂ। ਇਸ ਮਿੱਟੀ ਦੀ ਖੁਸ਼ਬੂ ਜਿਹੜੀ ਮੇਰੇ ਹੱਥ 'ਚ ਹੈ ਬਿਲਕੁਲ ਉਸ ਤਰ੍ਹਾਂ ਲੱਗ ਰਹੀ ਹੈ ਜਿਵੇਂ ਪਹਿਲੇ ਵੇਲਿਆਂ 'ਚ ਫੱਟੀਆਂ ਦੇ ਉੱਤੇ ਮਿੱਟੀ ਲਗਾਉਂਦੇ ਸੀਗੇ ਲਿਖਣ ਵਾਲੀਆਂ, ਜਿਹੜੀ ਪੱਟੀ ਹੁੰਦੀ ਸੀ। ਤੇ ਲਓ ਜੀ, ਸਾਡਾ ਗੋਲਾ ਤਿਆਰ ਹੈ ਤੇ ਅਸੀਂ ਇਹਨੂੰ ਥੋੜਾ ਰੋਲ ਕਰਕੇ ਇੱਕ ਸ਼ੇਪ ਦੇਵਾਂਗੇ। ਤੇ ਰਿਬਨ ਦੇ ਆਕਾਰ ਨਾਲ ਵੀ ਜੇ ਉਹ ਆਪਣਾ 1 ਇੰਚ ਜਿੰਨਾ ਹੈ ਜਾਂ 1 ਇੰਚ ਤੋਂ ਵੱਧ ਹੈ ਜਾਂ 2 ਇੰਚ ਤੋਂ ਵੱਧ ਹੈ, ਉਸ ਤਰ੍ਹਾਂ ਸਾਨੂੰ ਜਿਹੜੀ ਮਿੱਟੀ ਦੀ ਕਿਸਮ ਦੀ ਜਿਹੜੀ ਹੈ ਜਾਂਚ ਪਤਾ ਲੱਗ ਜਾਣੀ ਹੈ। ਇਸੇ ਤਰ੍ਹਾਂ ਅਸੀਂ ਪਹਿਲੀ ਉਂਗਲੀ ਤੇ ਅੰਗੂਠੇ ਦੇ ਵਿੱਚ ਕਰਕੇ ਮਿੱਟੀ ਦੇ ਰਿਬਨ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਆਪਣੇ ਭਾਰ ਦੇ ਨਾਲ ਹੀ ਜਿਹੜਾ ਇਹ ਰਿਬਨ ਹੈ ਇਹ ਆਪਣੇ ਆਪ ਡਿੱਗਦਾ, ਨਹੀਂ ਤਾਂ ਇਹ ਵੱਧਦਾ ਰਹਿੰਦਾ। ਤੇ ਉੱਥੋਂ ਸਾਨੂੰ ਰਿਬਨ ਦੀ ਜਿਹੜੀ ਉਹਦੀ ਲੈਂਥ ਜਾਣੀ ਕਿ ਲੰਬਾਈ ਜਿਹੜੀ ਹੈ ਉਹ ਪਤਾ ਲੱਗਦੀ ਹੈ। ਸੋ ਇਹ ਪਹਿਲਾ ਟੁਕੜਾ ਸਾਡਾ ਰਿਬਨ ਦਾ ਡਿੱਗਿਆ। ਅਸੀਂ ਇਹਨੂੰ ਹੋਰ ਰਿਬਨ ਦੇ ਸੈਂਪਲ ਲਵਾਂਗੇ। ਆਮ ਤੌਰ ਤੇ ਅਸੀਂ 2 ਤੋਂ 3 ਸੈਂਪਲ ਜਾਂ 5 ਵੀ ਲੈ ਸਕਦੇ ਹਾਂ ਤੇ ਉਹਦੀ ਐਵਰੇਜ ਨਾਲ ਸਾਨੂੰ ਅੰਦਾਜ਼ਾ ਬਣਦਾ ਰਵੇ। ਸੋ ਤੁਸੀਂ ਦੇਖ ਰਹੇ ਹੋ ਆਪਣੇ ਭਾਰ ਤੇ ਇਹ ਜਿਹੜਾ ਰਿਬਨ ਟਿਕਿਆ ਹੋਇਆ, ਨਹੀਂ ਤਾਂ ਆਪਣੇ ਵਜ਼ਨ ਨਾਲ ਡਿੱਗ ਵੀ ਸਕਦਾ ਸੀ। ਇੱਥੋਂ ਮਿੱਟੀ ਦੀ ਜਿਹੜੀ ਹੈ ਚੀਕਣੀ ਮਿੱਟੀ ਹੋਣ ਦਾ ਅੰਦਾਜ਼ਾ ਪੂਰਾ ਬਣ ਰਿਹਾ। ਤਾਂ ਇਸੇ ਤਰ੍ਹਾਂ ਅਸੀਂ ਅਗਲਾ ਜਿਹੜਾ ਰਿਬਨ ਹੈ ਉਹਨੂੰ ਬਣਾ ਰਹੇ ਹਾਂ। ਤੇ ਤੁਸੀਂ ਦੇਖੋਗੇ ਆਪਣੇ ਭਾਰ ਤੇ ਮਿੱਟੀ ਜਿਹੜੀ ਹੈ ਆਪਣੀ ਪਕੜ ਰੱਖਦੀ ਹੈ ਤੇ ਰਿਬਨ ਜਿਹੜਾ ਬਣਦਾ ਰਹਿੰਦਾ। ਲਓ ਜੀ, ਇਹ ਰਿਬਨ ਕਾਫੀ ਲੰਬਾ ਜਿਹੜਾ ਜਾ ਰਿਹਾ, ਸੋ ਇਹਨੂੰ ਅਸੀਂ ਸਿੱਧਾ ਕਰ ਸਕਦੇ ਹਾਂ ਤੇ ਰਿਬਨ ਦੀ ਜਿਹੜੀ ਲੈਂਥ ਹੈ ਇਹਨਾਂ ਨੂੰ ਅਸੀਂ ਇਕੱਠਿਆਂ ਕਰਕੇ ਜਿਹੜੀ ਇਹਦੀ ਲੰਬਾਈ ਨੂੰ ਨਾਪ ਸਕਦੇ ਹਾਂ। ਸੋ ਇੰਚਾਂ ਦੇ ਵਿੱਚ ਅਸੀਂ ਲੈ ਸਕਦੇ ਹਾਂ ਇਹਨੂੰ। ਇਹ ਜਿਹੜਾ ਪਹਿਲਾ ਰਿਬਨ ਹੈ ਮੇਰੇ ਕੋਲ ਇਹ ਕਰੀਬ 2.5 ਇੰਚ ਤੋਂ ਥੋੜਾ ਉੱਪਰ ਹੈ। ਜਿਹੜਾ ਦੂਸਰਾ ਰਿਬਨ ਹੈ ਇਹ 2 ਇੰਚ ਤੋਂ ਉੱਪਰ ਹੈ ਜੀ, 2 ਇੰਚ ਤੇ 3 ਕਸੂਤ ਦਾ। ਤੀਜਾ ਰਿਬਨ ਜਿਹੜਾ ਹੈ ਮੇਰੇ ਕੋਲ ਇਹ ਪੂਰਾ 1 2 3 ਇਹ 3 ਇੰਚ ਤੇ 2 ਸੂਤ ਦਾ। ਸੋ ਓਵਰਆਲ ਜੇ ਮੈਂ ਕਹਾਂ ਇਹ ਚੀਕਣੀ ਮਿੱਟੀ ਹੈ ਜਿਹਦੇ ਵਿੱਚ ਹਲਕੀ ਰੇਤ ਹੈ। ਸੋ ਚੀਕਣੀ ਮਿੱਟੀ ਹਲਕੀ ਰੇਤਲੀ, ਇਹ ਸਾਨੂੰ ਸਿਰਫ ਇਹਦੀ ਰਿਬਨ ਦੀ ਲੈਂਥ ਜਿਹੜੀ ਅਸੀਂ ਇਹ ਬਣਾਈ ਹੈ, ਇੱਥੋਂ ਅੰਦਾਜ਼ਾ ਜਿਹੜਾ ਲੱਗ ਗਿਆ ਕਿ ਅਸੀਂ ਕਿੰਨੀ ਮਾਤਰਾ ਦੇ ਵਿੱਚ ਤੂੜੀ, ਰੂੜੀ ਤੇ ਇਹਦੇ ਵਿੱਚ ਚਾਵਲਾਂ ਦੀ ਫੱਕ ਜਿਹੜਾ ਕਿ ਬਾਇਓਮਾਸ ਹੈ, ਤਿੰਨੇ ਚੀਜ਼ਾਂ ਤੁਹਾਨੂੰ ਦੱਸਿਆ ਇਹਨਾਂ ਦੀ ਕੀ ਜ਼ਰੂਰਤ ਹੈ। ਤੇ ਇਸੇ ਤਰ੍ਹਾਂ ਜਦੋਂ ਅਸੀਂ ਇਹਦਾ ਮਿਸ਼ਰਣ ਜੰਗਲ ਦੀ ਸਾਈਟ ਦੇ ਉੱਪਰ ਇਹਨੂੰ ਮਿਕਸ ਕਰਾਂਗੇ ਉਹਨਾਂ ਚੀਜ਼ਾਂ ਦੇ ਨਾਲ ਫਿਰ ਕੋਰਿਲੇਟ ਕਰਕੇ ਤੁਹਾਨੂੰ ਦੱਸਾਂਗੇ ਕਿ ਅਸੀਂ ਮਿੱਟੀ ਜਿਹੜੀ ਡਿਟੈਕਟ ਕੀਤੀ ਸੀ, ਉਹਦੀ ਪਛਾਣ ਕੀਤੀ ਸੀ ਕਿ ਕਿਹੜੀ ਕਿਸਮ ਹੈ। ਤੇ ਅਸੀਂ ਇਹ ਜਿੰਨਾ ਵੀ ਜਿਹੜਾ ਬਾਇਓਮਾਸ ਪਾਣਾ ਉਹ ਰਲਦਾ ਹੋਇਆ ਤੁਹਾਨੂੰ ਦਿਖਾਵਾਂਗੇ ਕਿ JCB ਨਾਲ ਕਿਵੇਂ ਰਲਾਇਆ ਜਾਂਦਾ। ਤੇ ਜੰਗਲ ਦੀ ਮਿੱਟੀ ਜਿਹੜਾ ਉਹਦਾ ਮਾਊਂਡ ਹੈ, ਉਹਦਾ ਬੈੱਡ ਸੈੱਟ ਕਰਨ ਵਾਸਤੇ ਇਹ ਸਾਰੀ ਪ੍ਰਕਿਰਿਆ ਕਿਵੇਂ ਜ਼ਰੂਰੀ ਹੈ, ਕਿਵੇਂ ਅਹਿਮ ਹੈ, ਇਹ ਤੁਸੀਂ ਹੁਣ ਜਾਣ ਚੁੱਕੇ ਹੋ। ਤੇ ਮਿੱਟੀ ਦਾ ਟੈਸਟ ਕਰਨਾ ਤੁਸੀਂ ਜਾਣ ਚੁੱਕੇ ਹੋ। ਜਦੋਂ ਵੀ ਜੰਗਲ ਲਗਾਓ ਆਪਣੀ ਮਿੱਟੀ ਨੂੰ ਟੈਸਟ ਕਰੋ ਤੇ ਜ਼ਰੂਰ ਦੇਖੋ ਕਿ ਪੌਦਿਆਂ ਦੇ ਵਧਣ ਲਈ, ਬੂਟਿਆਂ ਦੇ ਵਧਣ ਲਈ ਤੁਹਾਨੂੰ ਕਿਸ ਮਾਤਰਾ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੈ। ਧੰਨਵਾਦ ਜੀ। ਤੇ ਆਓ ਤੁਹਾਨੂੰ ਹੁਣ ਅਗਲੇ ਪੜਾਅ ਵਿੱਚ ਦੂਸਰਾ ਕਦਮ ਜਾਣੇ ਕਿ ਮਿੱਟੀ ਦੀ ਜਿਹੜੀ ਤਿਆਰੀ ਕਰਨੀ, ਮਿੱਟੀ ਦੀ ਪ੍ਰਿਪਰੇਸ਼ਨ। ਆਮ ਤੌਰ ਤੇ ਅਸੀਂ 3 ਫੁੱਟ ਮਿੱਟੀ ਜਿੱਥੇ ਜੰਗਲ ਲਗਾਉਣਾ ਹੁੰਦਾ ਉਹਦੇ ਤਿਆਰੀ ਕਰਦੇ ਹਾਂ ਤੇ ਉਹਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਬਾਇਓਮਾਸ ਜਾਣੇ ਕਿ ਬੂਟਿਆਂ ਤੋਂ ਜਾਂ ਜਿਹੜੇ ਆਪਣੇ ਆਮ ਪਦਾਰਥ ਹੁੰਦੇ, ਜਿਵੇਂ ਕਿ ਇਹ ਸਾਰੀ ਤੂੜੀ ਹੈ ਕਣਕ ਦੀ, ਇੱਧਰ ਰੂੜੀ ਹੈ ਜਿਹੜੀ ਦੇਸੀ ਗਾਂ ਦੇ ਗੋਹੇ ਦੀ, ਤੇ ਇਹ ਚਾਵਲਾਂ ਦੀ ਫੱਕ ਹੈ ਜਿਹੜਾ ਚਾਵਲਾਂ ਦਾ ਛਿਲਕਾ ਹੈ।
ਇਹ ਸਾਰੀਆਂ ਚੀਜ਼ਾਂ ਅਸੀਂ 3 ਫੁੱਟ ਮਿੱਟੀ ਨੂੰ ਡੂੰਘਾ ਖੋਦ ਕੇ JCB ਦੇ ਨਾਲ ਉਹਦੇ ਵਿੱਚ ਇੱਕ ਮਾਤਰਾ ਦੇ ਵਿੱਚ ਰਲਾਇਆ ਜਾਂਦਾ। ਉਹ ਸਾਰਾ ਡਿਸੀਜਨ ਲਿਆ ਜਾਂਦਾ ਕਿ ਮਿੱਟੀ ਕਿਸ ਪ੍ਰਕਾਰ ਦੀ ਹੈ। ਤੂੜੀ ਰਲਾਉਣ ਦਾ ਮੁੱਖ ਕਾਰਨ ਇਹ ਹੈ ਕਿ ਜਿਹੜੀ ਜੜ੍ਹਾਂ ਦਾ ਏਰੀਆ ਜਿਹੜਾ 3 ਫੁੱਟ ਮਿੱਟੀ ਦਾ ਇਲਾਕਾ ਉਹਦੇ ਵਿੱਚ ਅਸੀਂ ਹਵਾ ਵਾਸਤੇ ਵੀ ਜਗ੍ਹਾ ਬਣਾਉਣੀ ਹੁੰਦੀ ਹੈ। ਉਸੇ ਤਰ੍ਹਾਂ ਜਿਹੜੀ ਹੈ ਝੋਨੇ ਦੀ ਜਿਹੜੀ ਫੱਕ ਹੈ, ਜਿਹੜੀ ਝੋਨੇ ਦੀ ਜਿਹੜੀ ਇਹ ਹੁੰਦਾ ਛਿਲਕਾ ਹੁੰਦਾ, ਇਹ ਵੀ ਇਸੇ ਕੰਮ ਹੀ ਆਉਂਦਾ। ਇਹਦੀ ਅਸੀਂ ਟੈਸਟਿੰਗ ਦੱਸੀ ਸੀ ਕਿ ਜਦੋਂ ਅਸੀਂ ਇਹਨੂੰ ਕ੍ਰਸ਼ ਕਰਦੇ ਹਾਂ ਤੇ ਤੁਹਾਡੇ ਕੰਨਾਂ ਵਿੱਚ ਆਵਾਜ਼ ਆਉਂਦੀ ਇਹਦੀ ਜਿਹੜੀ ਕਚਰ ਕਚਰ ਦੀ, ਤੇ ਇਹ ਹਵਾ ਦਾ ਕੰਮ ਕਰਦਾ, ਹਵਾ ਦੀਆਂ ਨਾਲੀਆਂ ਬਣਾਉਂਦੀਆਂ, ਕਿਉਂਕਿ ਜੜ੍ਹਾਂ ਦੇ ਵਿੱਚ ਸਾਨੂੰ ਇਹੋ ਜਿਹੀ ਥਾਂ ਚਾਹੀਦੀ ਹੁੰਦੀ ਜਿੱਥੋਂ ਜੜ੍ਹਾਂ ਆਰਾਮ ਦੇ ਨਾਲ ਥੱਲੇ ਸੀਪ ਇਨ ਕਰ ਸਕਣ। ਉਸੇ ਤਰ੍ਹਾਂ ਜਿਹੜੀ ਇਹ ਰੂੜੀ ਹੈ, ਇਹ ਦੇਸੀ ਗਊ ਦੀ ਰੂੜੀ ਅਸੀਂ ਇਸ ਕਰਕੇ ਰਲਾਉਂਦੇ ਹਾਂ ਕਿਉਂਕਿ ਜੜ੍ਹਾਂ ਦੇ ਆਲੇ ਦੁਆਲੇ ਨਮੀ ਨੂੰ ਬਚਾ ਕੇ ਰੱਖਣ ਵਾਸਤੇ ਕੋਈ ਨਾ ਕੋਈ ਪਦਾਰਥ ਜ਼ਰੂਰ ਚਾਹੀਦਾ ਹੁੰਦਾ ਹੈ। ਆਮ ਤੌਰ ਤੇ ਸਾਡੀ ਮਿੱਟੀ ਕਿਸੇ ਵੀ ਪ੍ਰਕਾਰ ਦੀ ਹੋ ਸਕਦਾ ਉਹ ਰਤੀਲੀ ਜ਼ਿਆਦਾ ਹੋਵੇ ਤੇ ਨਮੀ ਆਲੇ ਦੁਆਲੇ ਬਚ ਨਹੀਂ ਸਕਦੀ, ਪਰ ਜੇ ਦੂਸਰੀ ਤਰ੍ਹਾਂ ਦੇ ਵੀ ਹੋਵੇ, ਜਾਣੇ ਚਿਕਨੀ ਵੀ ਹੋਵੇ, ਤਾਂ ਵੀ ਸਾਨੂੰ ਇਹ ਕੁਝ ਮਾਤਰਾ ਦੇ ਵਿੱਚ ਰਲਾਉਣੀ ਪੈਂਦੀ ਹੈ। ਕਿਉਂਕਿ ਦੂਸਰਾ ਪ੍ਰਮੁੱਖ ਕਾਰਨ ਰੂੜੀ ਦਾ ਰਲਾਉਣ ਦਾ ਹੈ ਕਿ ਨਿਊਟ੍ਰੀਸ਼ਨ, ਜਾਣੇ ਕਿ ਖਾਦ ਦਾ, ਖੁਰਾਕ ਦਾ ਕੰਮ ਕਰਦੀ ਹੈ। ਆਓ ਦੇਖਦੇ ਹਾਂ ਕਿ ਜਦੋਂ ਅਸੀਂ ਜੰਗਲ ਤਿਆਰ ਕਰਨਾ ਹੁੰਦਾ ਤੇ 3 ਫੁੱਟ ਮਿੱਟੀ ਕਿਵੇਂ ਤਿਆਰ ਕਰੀਦੀ ਹੈ, ਉਹਦਾ ਤੁਹਾਨੂੰ ਸੈਂਪਲ ਦਿਖਾਉਂਦੇ ਹਾਂ ਜੀ। ਅਸੀਂ ਸਭ ਤੋਂ ਪਹਿਲਾਂ ਅਸੀਂ ਜਿਹੜੀ ਇਹ ਰੂੜੀ ਹੈ ਉਹਨੂੰ ਚੰਗੀ ਤਰ੍ਹਾਂ ਅਸੀਂ ਮਸਲ ਕੇ ਇਹਨੂੰ ਪਾਊਡਰ ਫਾਰਮ ਵਿੱਚ ਕਰਕੇ ਇਹਨੂੰ ਰਲਾਉਂਦੇ ਹਾਂ। ਇੱਥੇ ਇਹਨੂੰ ਤਸਲੇ 'ਚ ਪਾਇਆ। ਸੋ ਇਹ ਜਿਹੜਾ ਤਰੀਕਾ ਤੁਹਾਨੂੰ ਦੱਸ ਰਿਹਾ, ਇਹ ਸਾਰਾ ਕੰਮ ਜਿਹੜਾ ਜ਼ਮੀਨ ਦੇ ਉੱਤੇ JCB ਕਰਦੀ ਹੈ ਜਾਂ ਫਿਰ ਮਜ਼ਦੂਰਾਂ ਰਾਹੀਂ ਕਰਾਇਆ ਜਾਂਦਾ, ਪਰ ਛੋਟੇ ਸੈਂਪਲ ਜਿਹੜਾ ਤੁਹਾਨੂੰ ਅਸੀਂ ਇੱਥੇ ਦੱਸ ਸਕਦੇ ਹਾਂ। ਇਸੇ ਤਰ੍ਹਾਂ ਇਹਦੇ ਵਿੱਚ ਤੂੜੀ ਰਲਾਤੀ ਤੇ ਨਾਲ ਚਾਵਲਾਂ ਦੀ ਜਿਹੜੀ ਹੈ ਫੱਕ, ਚਾਵਲਾਂ ਦਾ ਛਿਲਕਾ ਇਹਦੇ 'ਚ ਰਲਾਇਆ ਬਹੁਤ ਚੰਗੀ ਤਰ੍ਹਾਂ। ਸੋ ਆਮ ਤੌਰ ਤੇ ਜਿਹੜਾ ਅਸੀਂ ਸੁਣਿਆ ਸੀਗਾ ਕਿ ਡਾਕਟਰ ਮਿਆਵਾਕੀ ਕਹਿੰਦੇ ਆ ਕਿ ਜੰਗਲ ਦੀ ਮਿੱਟੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਤੁਸੀਂ ਉਹਦੇ 'ਚ ਹੱਥਾਂ ਨਾਲ ਖੋਦ ਸਕੋ, ਜਾਣੇ ਕਿ ਤੁਹਾਡੀਆਂ ਉਂਗਲਾਂ ਵਿੱਚ ਜਾਣੀਆਂ ਚਾਹੀਦੀਆਂ ਜਦੋਂ ਤੁਸੀਂ ਖੋਦੋ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸੇ ਤਰ੍ਹਾਂ ਦੀ ਮਿੱਟੀ ਤਿਆਰ ਹੋਵੇ। 3 ਚੀਜ਼ਾਂ ਜਿਹੜੀਆਂ ਕਿ ਜੜ੍ਹਾਂ ਨੂੰ ਚਾਹੀਦੀਆਂ ਹੁੰਦੀਆਂ, ਇੱਕ ਤਾਂ ਪਰਫੋਰੇਸ਼ਨ, ਜਾਣੇ ਕਿ ਹਵਾ ਦੇ ਰਸਤੇ, ਦੂਜੀ ਖਾਦ ਜਿਹੜੀ ਕਿ ਸਾਨੂੰ ਫਾਰਮਯਾਰਡ ਮੈਨਿਓਰ ਜਾਣੇ ਕਿ ਰੂੜੀ ਤੋਂ ਮਿਲੀ ਹੈ, ਤੇ ਤੀਜੀ ਚੀਜ਼ ਹੈ ਨਮੀ, ਕਿ ਜੜ੍ਹਾਂ ਦੇ ਆਲੇ ਦੁਆਲੇ ਹਮੇਸ਼ਾ ਨਮੀ ਰਵੇ, ਕਿ ਜੜ੍ਹਾਂ ਕਦੇ ਵੀ ਪਾਣੀ ਦੀ ਅਣਹੋਂਦ ਕਰਕੇ ਬੂਟੇ ਨੂੰ ਨੁਕਸਾਨ ਨਾ ਪਹੁੰਚੇ ਉੱਥੇ। ਤੇ ਚੌਥੀ ਚੀਜ਼ ਚਾਹੀਦੀ ਹੁੰਦੀ ਹੈ ਇਹਦੇ ਵਿੱਚ ਕਿ ਅਸੀਂ ਜਿਹੜੇ ਜੀਵਾਣੂ ਨੇ ਉਹ ਰਲਾਉਣੇ ਹੁੰਦੇ ਆ। ਕੁਝ ਜੀਵਾਣੂ ਤਾਂ ਸਾਨੂੰ ਇਸ ਫਾਰਮਯਾਰਡ ਮੈਨਿਓਰ ਤੋਂ ਜਾਣੇ ਕਿ ਰੂੜੀ ਤੋਂ ਮਿਲ ਜਾਂਦੇ ਆ, ਪਰ ਇਸ ਤੋਂ ਇਲਾਵਾ ਅਸੀਂ ਇਹਦੇ ਵਿੱਚ ਜੀਵ ਅੰਮ੍ਰਿਤ ਵੀ ਰਲਾਵਾਂਗੇ ਤਾਂ ਕਿ ਮਿੱਟੀ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੇ ਜੀਵਾਣੂ ਆ ਜਾਣ ਤੇ ਉਹ ਮਲਟੀਪਲਾਈ ਕਰਦੇ ਰਹਿਣ, ਗੁਣਾ ਹੁੰਦੇ ਰਹਿਣ, ਤੇ ਮਿੱਟੀ ਸਾਡੀ ਉਪਜਾਊ ਤੇ ਬਿਲਕੁਲ ਉਸੇ ਤਰ੍ਹਾਂ ਹੋ ਜਾਏ ਜਿਵੇਂ ਅਸੀਂ ਕਿਸੇ ਕੁਦਰਤੀ ਝਿੜੀ ਦੇ ਵਿੱਚ ਜਾਂ ਜੰਗਲ ਦੇ ਵਿੱਚ ਦੇਖਦੇ ਹਾਂ। ਇਹ ਹੁਣ ਸਾਡਾ ਬਾਇਓਮਾਸ ਮਿਕਸ ਹੋਇਆ। ਸਾਡੇ ਪਿੱਛੇ ਵੀ ਜਿਹੜੀ JCB ਚੱਲ ਰਹੀ ਹੈ, ਇਹਨਾਂ ਤਿੰਨਾਂ ਪਦਾਰਥਾਂ ਨੂੰ ਹੀ ਉਹ ਰਲਾ ਰਹੀ ਹੈ। ਇਹ ਬਾਇਓਮਾਸ ਮਿਕਸਿੰਗ ਏਰੀਆ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਤੇ ਬਹੁਤ ਚੰਗੀ ਤਰ੍ਹਾਂ, ਕਿਉਂਕਿ ਹੱਥ ਨਾਲ ਤਾਂ ਅਸੀਂ ਬਹੁਤ ਸੌਖਾ ਰਲਾ ਸਕਦੇ, ਜਦੋਂ ਇਹਨਾਂ ਚੀਜ਼ਾਂ ਦੀ ਜਿਹੜੀ ਕੁਆਂਟੀਟੀ ਹੈ ਬਹੁਤ ਵੱਡੀ ਹੁੰਦੀ ਹੈ ਤੇ JCB ਨਾਲ ਕੰਮ ਕਰਨਾ ਪੈਂਦਾ। ਆਓ ਹੁਣ ਜਿਹੜੀ ਸਾਡੇ ਜੰਗਲ ਦੀ ਮਿੱਟੀ, ਜਿੱਥੇ ਕਿ ਅਸੀਂ ਇਹ ਜੰਗਲ ਤਿਆਰ ਕਰ ਰਹੇ ਹਾਂ, ਉਹ ਵੀ ਇਹਦੇ ਵਿੱਚ ਰਲਾਵਾਂਗੇ ਤੇ ਐਗਜ਼ੈਕਟਲੀ ਉਹੀ ਮਿਸ਼ਰਣ ਤਿਆਰ ਹੋਊਗਾ ਜਿਹੜਾ ਅਸੀਂ ਜੰਗਲ ਦੇ ਵਿੱਚ ਕੰਮ ਕਰਦੇ ਹਾਂ। ਤੇ ਜਿਹੜੀ ਮਿੱਟੀ ਆਮ ਤੌਰ ਤੇ ਅਸੀਂ ਪਿੰਡਾਂ ਵਿੱਚ ਜਾਂ ਕਿਤੇ ਵੀ ਜੰਗਲ ਲਗਾਈਦਾ, ਇਹ ਮਿੱਟੀ ਹੁੰਦੀ ਤਾਂ ਠੀਕ ਹੈ, ਮਿੱਟੀ ਕੋਈ ਵੀ ਮਾੜੀ ਨਹੀਂ ਹੈ। ਪੰਜਾਬ ਦੇ ਵਿੱਚ ਜਾਂ ਕਿਤੇ ਵੀ ਜੰਗਲ ਹਰ ਜਗ੍ਹਾ ਲੱਗਦੇ ਨੇ, ਕਿਉਂਕਿ ਜਿਹੜੀਆਂ ਮੂਲ ਪ੍ਰਜਾਤੀਆਂ ਹੁੰਦੀਆਂ ਉਹ ਆਪਣੀ ਮਿੱਟੀ ਨੂੰ ਪਸੰਦ ਕਰਦੀਆਂ। ਪਰ ਆਮ ਤੌਰ ਤੇ ਮਿੱਟੀ ਦੀ ਉਪਜਾਊ ਸ਼ਕਤੀ ਜਿਹੜੀ ਹੈ ਪੈਸਟੀਸਾਈਡ ਪਾ ਕੇ, ਕੈਮੀਕਲ ਪਾ ਕੇ ਅਸੀਂ ਆਪ ਖਰਾਬ ਕੀਤੀ ਹੁੰਦੀ ਹੈ, ਜਾਂ ਫਿਰ ਕਦੀ ਅਸੀਂ ਇਹ ਵੀ ਦੇਖਦੇ ਹਾਂ ਕਿ ਮਿੱਟੀ ਦੇ ਉੱਤੇ ਕੁਝ ਉਗਾਇਆ ਹੀ ਨਹੀਂ ਜਾਂਦਾ, ਉੱਥੇ ਬੰਜਰ ਪਈ ਹੁੰਦੀ ਹੈ। ਤੇ ਬੰਜਰ ਮਿੱਟੀ ਦੇ ਵਿੱਚ ਜਿਵੇਂ ਅਸੀਂ ਇੱਥੇ ਦੇਖੀਏ, ਕੋਈ ਵੀ ਤੁਹਾਨੂੰ ਇਹਦੇ 'ਚ ਬਾਇਓਮਾਸ, ਜਾਣੇ ਕਿ ਕੋਈ ਤੂੜੀ ਦਾ ਟੁਕੜਾ, ਕੋਈ ਪੱਤੇ, ਕੋਈ ਵੀ ਚੀਜ਼ ਨਜ਼ਰ ਨਹੀਂ ਆਉਂਦੀ। ਸੋ ਇਹ ਚੀਜ਼ਾਂ ਨੂੰ ਸਾਨੂੰ ਬਾਹਰੋਂ ਓਪਰੇ ਤੌਰ ਤੇ ਇਹਨੂੰ ਰਲਾਉਣਾ ਪੈਂਦਾ ਇੱਥੇ। ਤੇ ਲਓ ਜੀ, ਥੋੜੀ ਮਿੱਟੀ ਅਸੀਂ ਹੋਰ ਪਾਉਂਦੇ ਹਾਂ। ਇਹ ਜੋ ਹੁਣ ਤੁਸੀਂ ਦੇਖਦੇ ਹੋ, ਇਹ ਵੱਡੇ ਪੈਮਾਨੇ ਤੇ ਜਦੋਂ JCB ਦੇ ਨਾਲ ਅਸੀਂ ਤੁਹਾਨੂੰ ਅਲੱਗ ਵੀਡੀਓ 'ਚ ਦਿਖਾਵਾਂਗੇ ਕਿ 3 ਫੁੱਟ ਦੀ ਮਿੱਟੀ ਅਸੀਂ ਜਦੋਂ ਫੋਰੈਸਟ ਬੈੱਡ ਤਿਆਰ ਕਰਨਾ, ਉਹ ਤਿਆਰ ਹੋਊਗਾ ਤੇ ਜਦੋਂ ਉੱਤੇ ਬੂਟੇ ਲੱਗਣਗੇ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਜਿੱਦਾਂ ਮੈਂ ਗੱਲ ਕਰ ਰਿਹਾ ਸੀ। ਇਹ ਦੇਖੋ ਜੀ, ਬਿਲਕੁਲ ਈਜ਼ੀਲੀ, ਇਹ ਇੰਨੀ ਸੌਫਟ ਸੋਇਲ ਹੈ ਜਿੱਦਾਂ ਕਿ ਆਮ ਕੁਦਰਤੀ ਜੰਗਲਾਂ ਦੇ ਵਿੱਚ ਹੁੰਦੀ। ਤੁਹਾਨੂੰ ਝਿੜੀਆਂ ਦੇ ਵਿੱਚ ਵੀ ਜਾ ਕੇ ਇਦਾਂ ਦੀ ਮਿਲੇਗੀ ਕਿ ਤੁਸੀਂ ਹੱਥ ਨਾਲ ਦੀ ਖੁਦਾਈ ਕਰ ਸਕਦੇ ਹੋ, ਬਹੁਤ ਸੌਫਟ ਹੁੰਦੀ ਹੈ ਜੰਗਲ ਦੀ ਮਿੱਟੀ। ਇਹ ਹੁਣ ਸਾਰਾ ਮਿਸ਼ਰਣ ਜਿਹੜਾ ਮਿੱਟੀ 'ਚ ਰਲ ਗਿਆ ਤੇ ਜਿੰਨੇ ਵੀ ਇਹਦੇ 'ਚ ਮਟੀਰੀਅਲ ਨੇ ਸਾਰੇ
ਇੱਕ ਦੂਜੇ ਦੇ ਨਾਲ ਮਿਕਸ ਹੋ ਚੁੱਕੇ। ਹੁਣ ਅਸੀਂ ਜੀਵ ਅੰਮ੍ਰਿਤ ਜਿਹੜਾ ਅਸੀਂ ਇੱਕ ਅਲੱਗ ਵੀਡੀਓ 'ਚ ਤੁਹਾਨੂੰ ਤਿਆਰ ਕਰਕੇ ਦਿਖਾਇਆ ਸੀ ਉਹ ਇਹਦੇ ਵਿੱਚ ਰਲਾਵਾਂਗੇ। ਇਹ ਜੀਵ ਅੰਮ੍ਰਿਤ ਦਾ ਘੋਲ ਉਹਦੇ 'ਚ ਪਾਣੀ ਮਿਕਸ ਕਰਕੇ ਅਸੀਂ ਪਾਇਆ ਹੋਇਆ ਤੇ ਕੁਛ ਮਾਤਰਾ ਵਿੱਚ ਅਸੀਂ ਪਾਤਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ। ਇਹ ਸਾਰਾ ਦਾ ਸਾਰਾ ਪ੍ਰੋਸੈਸ, ਸਾਰੀ ਜਿਹੜੀ ਕਿਰਿਆ ਹੈ, ਇਹ ਤੁਹਾਨੂੰ ਜਦੋਂ ਜੰਗਲ ਦਾ ਫੋਰੈਸਟ ਦਾ ਬੈੱਡ ਲਵਾਂਗੇ ਉਹਦੇ ਵਿੱਚ ਵੀ ਕੀਤਾ ਜਾਊਗਾ। ਸੋ ਜੀਵ ਅੰਮ੍ਰਿਤ ਰਲਾਉਣ ਦਾ ਜਿਹੜਾ ਪ੍ਰਮੁੱਖ ਕਾਰਨ ਹੈ ਕਿ ਜਿਹੜੇ ਜੀਵਾਣੂ ਨੇ, ਜਿਹੜੀ ਜੀਵਨ ਸ਼ਕਤੀ ਮਿੱਟੀ ਦੀ, ਉਹ ਮੁੜ ਸੁਰਜੀਤ ਅਸੀਂ ਕਰਨੀ ਹੈ। ਤੇ ਇਹ ਸਾਰੀਆਂ ਚੀਜ਼ਾਂ ਬਾਇਓਮਾਸ ਦਾ ਕੰਮ ਕਰਦੀਆਂ। ਜੀਵਾਣੂ ਮਲਟੀਪਲਾਈ ਕਰਨਗੇ ਤੇ ਲੱਖਾਂ ਦੀ ਗਿਣਤੀ ਵਿੱਚ ਸਾਡੇ ਜੰਗਲ ਦੀ ਮਿੱਟੀ ਦੇ ਵਿੱਚ ਉਹ ਪੈਦਾ ਹੋਣਗੇ ਤੇ ਜੜ੍ਹਾਂ ਦੇ ਨਾਲ ਜਿਹੜਾ ਉਹਨਾਂ ਦਾ ਆਪਣਾ ਰਿਸ਼ਤਾ ਹੁੰਦਾ ਜੀਵਾਣੂਆਂ ਦਾ, ਕਿਉਂਕਿ ਹਰ ਚੀਜ਼, ਜਿਵੇਂ ਸਾਡੇ ਵਿੱਚ ਵੀ ਬੈਕਟੀਰੀਆ ਹੈ, ਵਾਇਰਸਿਸ ਨੇ, ਹਰ ਚੀਜ਼ ਇਦਾਂ ਹੀ ਜੰਗਲ ਦੀ ਮਿੱਟੀ ਵਿੱਚ, ਜੜ੍ਹਾਂ ਦੇ ਵਿੱਚ ਵੀ ਹਰ ਤਰ੍ਹਾਂ ਦੇ ਬੈਕਟੀਰੀਆ ਤੇ ਮਾਈਕਰੋਬਸ ਉਹਨਾਂ ਨੂੰ ਮਦਦਗਾਰ ਹੁੰਦੇ ਉਹਨਾਂ ਦੇ ਗਰੋਥ ਦੇ ਲਈ। ਸੋ ਇਹ ਹੋ ਗਈ ਜੀ ਮਿੱਟੀ ਤਿਆਰ। ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰੀ ਪ੍ਰਕਿਰਿਆ ਪਸੰਦ ਆਈ ਹੋਊਗੀ। ਜੋ ਮੈਂ ਗੱਲਾਂ ਕੀਤੀਆਂ ਤੁਹਾਡੀ ਸਮਝ ਵੀ ਆਈਆਂ ਹੋਣਗੀਆਂ। ਤੇ ਜਦੋਂ ਵੀ ਤੁਸੀਂ ਆਪਣਾ ਜੰਗਲ ਬਣਾਓ, ਇਸੇ ਤਰ੍ਹਾਂ ਜੰਗਲ ਦੇ ਜਿਹੜੀ ਫੋਰੈਸਟ ਦਾ ਜਿਹੜਾ ਬੈੱਡ ਹੈ, ਇਹ ਸਾਰੀਆਂ ਚੀਜ਼ਾਂ ਠੀਕ ਮਾਤਰਾ ਦੇ ਵਿੱਚ ਰਲਾ ਕੇ ਆਪਣਾ ਫੋਰੈਸਟ ਬੈੱਡ ਤਿਆਰ ਕਰੋ ਤਾਂ ਕਿ ਤੁਹਾਡੇ ਜੰਗਲ ਦੇ ਬੂਟੇ ਸਦਾ ਖੁਸ਼ ਰਹਿਣ, ਵੱਧਦੇ ਰਹਿਣ, ਫੁੱਲਦੇ ਰਹਿਣ। ਜਦੋਂ ਅਸੀਂ ਬੂਟਾ ਲਗਾਉਂਦੇ ਹਾਂ, ਆਮ ਤੌਰ ਤੇ ਬੂਟਾ ਲਗਾ ਕੇ ਛੱਡ ਦਿੱਤਾ ਜਾਂਦਾ, ਉਹਦੀ ਦੇਖਭਾਲ ਲਈ ਅਸੀਂ ਕੰਸੀਡਰ ਹੀ ਨਹੀਂ ਕਰਦੇ, ਧਿਆਨ ਨਹੀਂ ਕਰਦੇ। ਪਰ ਜੇ ਤੁਸੀਂ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਉਹਦੇ ਵਾਸਤੇ ਘਰ 'ਚ ਪੰਘੂੜਾ ਬਣਾ ਲਓ, ਉਹਦੇ ਛੋਟੇ ਛੋਟੇ ਕੱਪੜੇ ਸਵਾ ਲਓ, ਉਹਦੇ ਵਾਸਤੇ ਕਮਰਾ ਤਿਆਰ ਕਰ ਲਓ ਤੇ ਤੁਹਾਡਾ ਬੱਚਾ ਖੁਸ਼ ਰਹਿੰਦਾ। ਉਸੇ ਤਰ੍ਹਾਂ ਜੰਗਲ ਲਾਉਣ ਤੋਂ ਪਹਿਲਾਂ ਉਹਦੀ ਮੌਜੂਦਗੀ ਲਈ, ਉਹਦੀ ਦੇਖਭਾਲ ਲਈ, ਉਹਦੀ ਸਾਂਭ ਸੰਭਾਲ ਲਈ ਮਿੱਟੀ ਜਾਣੇ ਕਿ ਫੋਰੈਸਟ ਬੈੱਡ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਸਾਰਾ ਬਾਇਓਮਾਸ ਤਿਆਰ ਕਰਕੇ ਜਿਹੜੀ ਪਿੱਛੇ ਤੁਸੀਂ ਮਾਊਂਟ ਦੇਖ ਰਹੇ ਹੋ, JCB ਦੇ ਰਾਹੀਂ ਉਹਨੂੰ 2 ਫੁੱਟ ਖੋਦ ਕੇ ਮਿੱਟੀ ਜਿਹੜੀ ਹੈ ਬਾਹਰ ਕੀਤੀ ਗਈ। ਤੁਸੀਂ ਦੇਖ ਰਹੇ ਹੋ ਉਧਰ ਸਾਈਡ ਤੇ ਰੱਖੀ ਸੀ ਤੇ ਉਹਦੇ ਉੱਪਰ ਇੱਕ ਚਾਦਰ, ਜਿਹੜੀ ਇੱਕ ਤਹਿ, ਜਿੰਨਾ ਅਸੀਂ ਬਾਇਓਮਾਸ ਡਿਸਾਈਡ ਕਰਦੇ ਹਾਂ, ਉਹਦਾ ਅੱਧਾ ਹਿੱਸਾ ਉਸ 2 ਫੁੱਟ ਖੋਦੀ ਹੋਈ ਜ਼ਮੀਨ ਦੇ ਉੱਤੇ ਅਸੀਂ ਵਿਛਾ ਦਿੰਦੇ ਹਾਂ। ਫਿਰ ਉਹਦੇ ਉੱਤੇ ਜੀਵ ਅੰਮ੍ਰਿਤ ਦਾ ਛਿੜਕਾਅ ਕੀਤਾ ਜਾਂਦਾ। ਫਿਰ ਉਸ ਤੋਂ ਬਾਅਦ JCB ਦੇ ਬਿਨਾਂ ਉਸ ਮਾਊਂਟ ਦੇ ਉੱਪਰ ਲਿਜਾਏ, ਕਿਉਂਕਿ ਮਿੱਟੀ ਦੇ ਉੱਪਰ ਦੁਬਾਰਾ ਭਾਰ ਨਹੀਂ ਪਾਣਾ, ਉਹ ਜਿਹੜੀ ਬਾਹਰ ਪਈ ਮਿੱਟੀ ਨੂੰ ਅਸੀਂ ਵਾਪਸ ਉਸ ਮਾਊਂਟ ਦੇ ਵਿੱਚ ਪਾ ਦਿੰਨੇ ਆ ਤੇ ਬਾਕੀ ਬਚਿਆ ਹੋਇਆ ਜਿਹੜਾ ਬਾਇਓਮਾਸ ਹੈ ਉਹਦੀ ਚਾਦਰ ਉੱਪਰ ਵਿਛਾ ਕੇ ਫਿਰ ਤੋਂ ਉਹਦੇ ਉੱਤੇ ਇੱਕ ਜੀਵ ਅੰਮ੍ਰਿਤ ਦਾ ਛਿੜਕਾਅ ਜਿਹੜਾ ਹੋਏਗਾ ਉਹ ਦੁਬਾਰਾ ਕੀਤਾ ਜਾਏਗਾ। ਤੇ ਇਸ ਤਰ੍ਹਾਂ ਜਿਹੜਾ ਹੈ ਸਾਰਾ ਮਾਊਂਟ ਤਿਆਰ ਕੀਤਾ ਜਾਊਗਾ ਮਿਕਸ ਕਰਕੇ। ਤੇ ਅਖੀਰ ਵਿੱਚ ਫਿਰ ਮੈਂ ਚੇਤਾਵਨੀ ਦੇਣਾ ਕਿ JCB ਮਾਊਂਟ ਦੇ ਉੱਪਰ ਦੁਬਾਰਾ ਨਾ ਜਾਏ, ਕਿਉਂਕਿ ਅਸੀਂ ਤਾਂ ਜਿਹੜੀ ਮਿੱਟੀ ਨੂੰ ਮਿਕਸ ਕਰਕੇ ਉਹਨੂੰ ਕੂਲਾ ਕੀਤਾ, ਪੋਲਾ ਕੀਤਾ ਕਿ ਉਹ ਸੌਫਟ ਰਵੇ ਤੇ ਬੈੱਡ ਜਿਹੜਾ ਉਹ ਅੱਗੇ ਨਾਲੋਂ ਉੱਚਾ ਹੋ ਜਾਵੇ। ਤੇ ਜੇ JCB ਉੱਪਰ ਚਲੇਗੀ, ਸਾਰਾ ਮੰਤਵ ਜਿਹੜਾ ਪੁੱਠਾ ਹੋ ਜਾਂਦਾ, ਸੋਇਲ ਫਿਰ ਜਿਹੜੀ ਮਿੱਟੀ ਫਿਰ ਕੰਪੈਕਟ ਹੋ ਜਾਏਗੀ, ਸਖਤ ਹੋ ਜਾਏਗੀ ਤੇ ਆਪਣਾ ਮਨੋਰਥ ਸਿੱਧ ਨਹੀਂ ਹੁੰਦਾ। ਤੇ ਇਸ ਤੋਂ ਉਪਰੰਤ ਜਿਹੜਾ ਅਖੀਰਲਾ ਹੈ, ਮਿੱਟੀ ਪਾਉਣ ਤੋਂ ਬਾਅਦ ਅਸੀਂ ਜਿਹੜਾ ਉਹ ਮਾਊਂਟ ਤਿਆਰ ਹੁੰਦਾ ਫੋਰੈਸਟ ਬੈੱਡ, ਉਹਨੂੰ ਕੁਝ ਇਸ ਤਰ੍ਹਾਂ ਸ਼ੇਪ ਦੇ ਦਿੰਦੇ ਆ ਜਿਵੇਂ ਆਪਣੀ ਰੇਲ ਗੱਡੀ ਦਾ ਡੱਬਾ ਹੁੰਦਾ, ਉਹਦੀ ਛੱਤ ਇਦਾਂ ਗੁਲਾਈ ਦੇ ਵਿੱਚ ਹੁੰਦੀ ਹੈ। ਇਹ ਇਸ ਤਰ੍ਹਾਂ ਕੀਤਾ ਜਾਂਦਾ ਦਾ ਕਾਰਨ ਇਹ ਹੈ ਕਿ ਜਦੋਂ ਬਰਸਾਤ ਪੈਂਦੀ ਬਹੁਤ ਜ਼ਿਆਦਾ, ਤਾਂ ਸਾਡੀ ਉਮੀਦ ਇਹ ਹੁੰਦੀ ਕਿ ਮੀਂਹ ਦਾ ਪਾਣੀ ਜਿਹੜਾ ਵਹਿੰਦਾ ਉਹ ਸਾਈਡਾਂ ਤੋਂ ਆਸੇ-ਪਾਸੇ ਚਲਾ ਜਾਵੇ, ਨਾ ਕਿ ਮਾਊਂਟ ਦੇ ਉੱਪਰ ਖੜਾ ਰਵੇ। ਖੜਾ ਪਾਣੀ ਬੂਟਿਆਂ ਲਈ ਹਾਨੀਕਾਰਕ ਹੁੰਦਾ ਹੈ। ਇਸ ਕਰਕੇ ਮਾਊਂਟ ਨੂੰ ਜਿਹੜਾ ਇਸ ਸ਼ੇਪ ਵਿੱਚ ਤਿਆਰ ਕੀਤਾ ਜਾਂਦਾ, ਗੁਲਾਈ ਦੇ ਵਿੱਚ। ਤੇ ਅਗਲੇ ਕਦਮ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਲੈਵਲਿੰਗ ਕਰਦੇ ਹੋਏ ਮਾਊਂਟ ਦੀ ਤਿਆਰੀ ਕਿਵੇਂ ਕੀਤੀ ਜਾਂਦੀ ਤੇ ਬਣ ਕੇ ਮਾਊਂਟ ਲੱਗਦਾ ਕਿਵੇਂ ਹੈ। ਜੁੜੇ ਰਹਿਣਾ। ਸਤਿ ਸ਼੍ਰੀ ਅਕਾਲ। ਇਸ ਵੀਡੀਓ 'ਚ ਤੁਸੀਂ ਜਾਣਿਆ ਹੋਵੇਗਾ ਕਿ ਮਿੱਟੀ ਦੀ ਜਾਂਚ ਤੇ ਮਿੱਟੀ ਦੀ ਤਿਆਰੀ, ਜਾਣੀ ਕਿ ਫੋਰੈਸਟ ਬੈੱਡ ਕਿੱਦਾਂ ਤਿਆਰ ਕੀਤਾ ਜਾਵੇ। ਤੇ ਅਗਲੀ ਵੀਡੀਓ 'ਚ ਤੁਹਾਡੇ ਨਾਲ ਰੂਬਰੂ ਕਰਾਂਗੇ ਕਿ ਅਸੀਂ ਮਿੱਟੀ ਦੀ ਉਪਜਾਊ ਸ਼ਕਤੀ ਕਿਵੇਂ ਵਧਾ ਸਕਦੇ ਹਾਂ ਜੀਵ ਅੰਮ੍ਰਿਤ ਇਸਤੇਮਾਲ ਕਰਕੇ।